ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੇ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੇ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੇ। ਜਿਨ ਕਲ ਰਾਖੀ ਮੇਰੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਆਓ ਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਜਗਤ ਮਾਲਕ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਸਾਡੇ ਤੇ ਅਪਾਰ ਬਖਸ਼ਿਸ਼ ਤੇ ਰਹਿਮਤ ਹੋਈ ਹੈ। ਇਸ ਜੀਵਨ ਦੀਆਂ ਕੁਝ ਘੜੀਆਂ ਤੋਂ ਸਵਾਸ ਕੁਝ ਰੱਬ ਜੀ ਦੇ ਬਖਸ਼ੇ ਹੋਏ ਕਦਮਾਂ ਨੂੰ ਸਫਲ ਕਰਨ ਵਾਸਤੇ ਇੱਕੋ ਇੱਕ ਹੀ ਅਸਥਾਨ ਹੈ, ਜੋ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਮਹਾਰਾਜ ਜੀ ਦੇ ਅੰਦਰ ਪੰਜਵੇਂ ਗੁਰੂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ
ਗੁਰੂ ਅਮਰਦਾਸ ਮਹਾਰਾਜ ਜੀ ਨਾਂ ਰਖਵਾ ਕੇ ਆਵਾਜ਼ ਮਾਰਦੇ ਨੇ, ਆਓ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਸ। ਪਿਆਰਿਓ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਦਿਹਾੜਾ ਸਮੁੱਚੇ ਸੰਸਾਰ ਦੇ ਅੰਦਰ ਨਾਨਕ ਨਾਮ ਦੇਵਾ ਸੰਗਤਾਂ ਨੇ ਬੜੇ ਹੀ ਪਿਆਰ, ਸ਼ਰਧਾ, ਭਾਵਨਾ ਦੇ ਮਨਾਇਆ ਹੈ। ਕਿਉਂਕਿ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੋ ਉਸ ਘਰ ਦਾ ਜੋ ਮੈਸੇਜ ਸੀ, ਜੋ ਪਾਠ, ਜੋ ਸਬਕ ਸੀ, ਉਹ ਧਰਤੀ ਦੇ ਕਲਾਬੇ ਤੇ ਲਿਆ ਕੇ ਰੱਖਿਆ ਗੁਰੂ ਨਾਨਕ ਮਹਾਰਾਜ ਨੇ। ਕਿਉਂਕਿ ਸਾਧ ਸੰਗਤ, ਗੁਰੂ ਨਾਨਕ ਮਹਾਰਾਜ ਜੀ ਦੀ ਜਿਹੜੀ ਇਲਾਹੀ ਧੁਨ ਦੀ ਬਾਣੀ ਹੈ, ਇਹਦੇ ਅੰਦਰ ਜ਼ਿੰਦਗੀ ਭਰ ਕੋਈ 100 ਸਾਲ ਜਪਜੀ ਸਾਹਿਬ ਦਾ ਪਾਠ ਪੜ੍ਹਦਾ ਰਹੇ ਔਰ ਲੱਖਾਂ ਵਾਰ ਪੜ੍ਹ ਦਿੱਤਾ ਹੋਵੇ, 100 ਸਾਲ ਦੀ ਉਮਰ ਤੱਕ ਵੀ ਇਹ ਗੱਲ ਨਹੀਂ ਕਰੇਗਾ ਕਿ ਮੇਰਾ ਜਪਜੀ ਤੋਂ ਜੀ ਭਰ ਗਿਆ ਆ, ਹੁਣੇ ਮੇਰਾ ਪੜ੍ਹਨ ਨੂੰ ਜੀ ਨਹੀਂ ਕਰਦਾ। ਦੁਨਿਆਵੀ ਕੋਈ ਪਿਕਚਰ, ਕੋਈ ਲੱਚਰ, ਕੋਈ ਗੀਤ, ਕੋਈ ਕਹਾਣੀ 3-4 ਵਾਰਾਂ ਪੜ੍ਹ ਲਓ ਤੁਹਾਡਾ ਮਨ ਭਰ ਜਾਂਦਾ ਆ। ਪਰ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਤਕਰੀਬਨ 550 ਸਾਲ ਹੋ ਗਏ ਨੇ ਸਾਧ ਸੰਗਤ। ਕਰਤਾਰਪੁਰ ਤੋਂ ਚੱਲੀ ਇਲਾਹੀ ਬਾਣੀ ਦੀ ਧੁਨ ਪੂਰੀ ਜ਼ਿੰਦਗੀ, ਕਈਆਂ ਨੇ ਪਤਾ ਨਹੀਂ ਕਿੰਨੀ ਵਾਰ ਜਪਜੀ ਪੜ੍ਹ ਦਿੱਤਾ ਹੋਵੇਗਾ ਜਾਂ ਹੋਰ ਬਾਣੀ ਪੜ੍ਹੀ ਹੋਵੇਗੀ, ਕਦੀ ਮਨ ਵਿੱਚੋਂ ਇਹ ਨਹੀਂ ਕਿਹਾ ਹੋਵੇਗਾ ਕਿ ਮੇਰਾ ਮਨ ਭਰ ਗਿਆ ਹੈ। ਇਹ ਇਲਾਹੀ ਧੁਨ ਹੈ। ਕਿਉਂਕਿ ਇਲਾਹੀ ਧੁਨ ਦੇ ਵਿੱਚ ਦੇਖੋ ਕਿੰਨਾ ਆਨੰਦ ਹੈ। ਕੋਈ ਪਾਠੀ ਸਿੰਘ, ਕੋਈ ਪਿਆਰ ਨਾਲ ਕੋਈ ਵੀ ਬਾਣੀ ਪੜ੍ਹਦਾ ਹੋਵੇ, ਗਾਉਂਦਾ ਹੋਵੇ, ਕੋਈ ਸੁਣਦਾ ਹੋਵੇ, ਤੇ ਇਲਾਹੀ ਧੁਨ ਦੇਖੋ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਕੀ। ਉਹ ਅਬਨਾਸੀ ਜੀਵਨ ਕੋ ਦਾਤਾ, ਉਹ ਕਦੇ ਵੀ ਨਾਸ ਹੋਣ ਵਾਲਾ ਨਹੀਂ। ਸਾਧ ਸੰਗਤ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਤਨੇ ਵੀ ਬਾਣੀ ਸਾਡੇ ਗੁਰੂਆਂ ਨੇ ਦਿੱਤੀ ਹੈ, ਇਹ ਸਾਰਾ ਇੱਕ ਜੀਵਨ ਦਾ ਸਿਧਾਂਤ ਦਿੱਤਾ ਹੈ। ਤੇ ਜੀਵਨ ਦਾ ਸਿਧਾਂਤ ਐਸਾ ਗੁਰੂਆਂ ਨੇ ਦੇ ਦਿੱਤਾ ਹੈ ਜਿਨ੍ਹਾਂ ਦੇ ਅੰਦਰ ਉਹਨਾਂ ਨੇ ਆਪ ਪਹਿਲਾਂ ਪ੍ਰੈਕਟੀਕਲ ਕੀਤਾ। ਹਰ ਇੱਕ ਸ਼ਬਦ, ਹਰ ਇੱਕ ਤੁਕ ਨੂੰ ਆਪਣੇ ਪਹਿਲਾਂ ਪਿੰਡੇ ਤੇ ਹੰਡਾਇਆ ਤੇ ਫਿਰ ਸੰਸਾਰ ਦੀ ਝੋਲੀ ਵਿੱਚ ਪਾਇਆ। ਸਾਧ ਸੰਗਤ ਬੋਲੋ ਸ੍ਰੀ। ਕਿਉਂਕਿ ਸਮਾਂ ਸੀਮਤ ਆ। ਇੱਥੋਂ ਦੇ ਮੁੱਖ ਸੇਵਾਦਾਰ ਸਾਡੇ ਮਾਨਯੋਗ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ, ਜੋ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਸ ਗੁਰੂ ਦੀ ਦਰਬਾਰ ਅੱਜ ਦੀ ਸੇਵਾ ਅੱਜ ਤੋਂ ਨਹੀਂ, ਬਚਪਨ ਤੋਂ ਹੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਨਿਰਾ ਆਪ ਹੀ ਗੁਣ ਪ੍ਰਾਪਤ ਨਹੀਂ ਕੀਤਾ ਔਰ ਵੰਡ ਰਹੇ ਨੇ। ਸਾਧ ਸੰਗਤ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦਾ ਆਗਮਨ ਦਿਹਾੜਾ ਵੀ ਮਨਾਇਆ ਹੈ। ਤੁਹਾਡੀਆਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ, ਇਹਨਾਂ ਦੇ ਬੜੇ ਸੁਚੱਜੇ ਢੰਗ ਦੇ ਨਾਲ, ਬੜੇ ਸੁੰਦਰ ਵਧੀਆ ਰਾਗੀ ਬੁਲਾ ਕੇ ਕਥਾ ਵਾਚਕ ਲਿਆ ਕੇ ਸਾਧ ਸੰਗਤ ਔਰ ਗੁਰੂ ਨਾਨਕ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰਵਾਈਆਂ ਨੇ। ਸਾਧ ਸੰਗਤ ਬੋਲੋ ਸ੍ਰੀ। ਕਿਉਂਕਿ ਧੰਨ ਬਾਬਾ ਗੁਰਦੇਵ ਜੀ ਨੇ ਬਚਨ ਕੀਤਾ ਸਾਧ ਸੰਗਤ ਕਿ ਗੁਰੂ ਨਾਨਕ ਦਾ ਘਰ ਵੀ ਇਵੇਂ ਚੱਲਦਾ ਆ ਜਿਵੇਂ ਗ੍ਰਸਤੀ ਆਪਣਾ ਘਰ ਚਲਾਉਂਦਾ ਹੈ। ਸਾਧ ਸੰਗਤ ਬੋਲੋ ਸ੍ਰੀ। ਜਿਵੇਂ ਗ੍ਰਸਤੀ ਹਰ ਗੱਲ ਦਾ ਖਿਆਲ ਰੱਖਦਾ ਔਰ ਇਤਨਾ ਹੀ ਅਰਦਾਸ ਕਰਦਾ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਇਹਨਾਂ ਨੂੰ ਹੋਰ ਬਖਸ਼ਿਸ਼ ਕਰਕੇ ਗੁਰੂ ਨਾਨਕ ਘਰ ਦੀਆਂ ਸੇਵਾਵਾਂ ਵੱਧ ਚੜ ਕੇ ਕਰੋਨ। ਸਾਧ ਸੰਗਤ, ਤੋਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਗੱਲ, ਜਿਵੇਂ ਬੱਚਾ ਸਾਲ ਭਰ ਪੜ੍ਹਦਾ ਹੈ, ਸਾਲ ਤੋਂ ਬਾਅਦ ਐਗਜ਼ਾਮ ਹੁੰਦੇ ਨੇ, ਉਹਨੂੰ ਕੁਐਸਚਨ ਪਾਏ ਜਾਂਦੇ ਨੇ ਔਰ ਜਿਹੜੇ ਬੱਚੇ ਕੁਐਸਚਨ ਕੱਢਦੇ ਨੇ, ਆਨਸਰ ਸਹੀ ਦਿੰਦੇ ਨੇ, ਉਹੀ ਬੱਚੇ ਅਵਲ ਨੰਬਰਾਂ ਤੇ ਪਾਸ ਹੁੰਦੇ ਨੇ। ਇਤਨਾ ਹੀ ਗੁਰੂ ਨਾਨਕ ਮਹਾਰਾਜ ਦੇ ਘਰ ਦਾ ਸਿਧਾਂਤ ਆ ਪਿਆਰਿਓ। ਕਿਉਂਕਿ ਸਾਰੇ ਹੁਣ 95 ਜਾਂ 99 ਜਾਂ 75% ਨਹੀਂ ਲੈ ਸਕਦੇ। ਇਹਦੇ ਮਿਹਨਤਾਂ ਨੇ ਜਿੰਨੀਆਂ ਕਿਸੇ ਨੇ ਮਿਹਨਤਾਂ ਕੀਤੀਆਂ, ਕਈ ਹੁਣ ਸਾਰੀਆਂ ਮਰਜ਼ਾਦਾ ਚੰਗੀਆਂ ਨੇ। ਕਿੰਨੀਆਂ ਸੰਪਰਦਾਵਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਚੱਲਦੀਆਂ ਨੇ। ਸਾਧ ਸੰਗਤ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ, ਸਾਰੀਆਂ ਸੰਪਰਦਾਵਾਂ ਬੜੀਆਂ ਵਧੀਆ ਨੇ। ਪਰ ਜਿਵੇਂ ਸਕੂਲ ਦੇ ਵਿੱਚ ਮੈਂ ਬੱਚੇ ਨੂੰ ਪੁੱਛਿਆ ਬਈ ਕਿੰਨੇ ਨੰਬਰ ਆਏ, ਕਹਿਣ ਲੱਗੇ ਨੰਬਰ ਤੇ 31-32 ਸੀ, ਪਰ ਮਾਸਟਰ ਨੇ ਥੋੜੀ ਕਿਰਪਾ ਕੀਤੀ, 1-2 ਪਾ ਕੇ 33 ਨੰਬਰ ਦੇ ਕੇ ਪਾਸ ਕਰ ਦਿੱਤਾ। ਸਾਧ ਸੰਗਤ ਬੋਲੋ ਸ੍ਰੀ।
ਉਹਨੇ 33 ਨੰਬਰ ਦੇ ਕੇ ਪਾਸ ਕਰ ਦਿੱਤਾ, ਜਣਾ ਮੈਂ ਪਾਸ ਹੋ ਗਿਆ। ਹੁਣ ਇੱਥੇ ਖਿਆਲ ਕਰਨਾ 33 ਨੰਬਰ ਵਾਲਾ ਵੀ ਪਾਸ ਆ, 45 ਨੰਬਰ ਵਾਲਾ ਤੇ 55 65 ਤੇ 75 ਵਾਲਾ ਵੀ ਪਾਸ ਆ, 85 ਤੇ 95% ਵਾਲਾ ਵੀ ਪਾਸ ਆ। ਪਰ ਕਹਿ ਲਗੇ ਖੈਰ ਕਿਹਨਾਂ ਨੂੰ ਮਿਲਦੀ ਆ ਜਿਹਨਾਂ ਨੇ 85-95% ਖੜੇ ਹੁੰਦੇ ਨੇ। ਸਾਧ ਸੰਗਤ ਬੋਲੋ ਸਹੀ। ਇਸ ਤਰ੍ਹਾਂ ਇਹ ਸਾਰੇ ਮਹਾਂਪੁਰਖ ਬੜੇ ਚੰਗੇ ਨੇ, ਸਾਰੇ ਬੰਦਗੀ ਵਾਲੇ ਨੇ, ਪਰ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਵਰਗੇ ਜਿਹੜੇ ਅੱਵਲ ਨੰਬਰਾਂ ਦੇ ਪਾਸ ਹੋਏ ਨੇ ਗੁਰੂ ਨਾਨਕ ਮਹਾਰਾਜ ਦੇ ਕਰਕੇ। ਜਿੱਥੇ ਗੁਰੂ ਨਾਨਕ ਮਹਾਰਾਜ ਦਾ ਝੰਡਾ ਸਮੁੱਚੇ ਸੰਸਾਰ ਵਿੱਚ ਝੁਲਦਾ ਏ, ਉੱਥੇ ਧੰਨ ਬਾਬਾ ਨੰਦ ਸਿੰਘ ਮਹਾਰਾਜ ਦਾ ਵੀ ਝੁਲਦਾ ਏ, ਕਿਉਂਕਿ ਉਹਨਾਂ ਨੇ ਕਦੀ ਵੀ ਗੁਰੂ ਗ੍ਰੰਥ ਬਾਬਾ ਦਾ ਬੀੜ ਸ਼ਬਦ ਨਹੀਂ ਕਿਹਾ। ਉਹਨਾਂ ਜਦੋਂ ਕਿਹਾ ਮੇਰਾ ਗੁਰੂ ਨਾਨਕ ਬੈਠਾ ਹੈ। ਸਾਧ ਸੰਗਤ ਬੋਲੋ ਇਹ ਮੇਰਾ ਗੁਰੂ ਨਾਨਕ ਬੈਠਾ, ਓਤ ਕੋਟ ਜਿਉ ਤਾਣਾ ਜਿਉ ਬੇਟਾ। ਇਸ ਤਰ੍ਹਾਂ ਗੁਰੂ ਨਾਨਕ ਮਹਾਰਾਜ ਦੇ ਵਿੱਚ ਬਾਬਾ ਨੰਦ ਸਿੰਘ ਮਹਾਰਾਜ ਜੀ ਉਹ ਅਭੇਦ ਹੋ ਚੁੱਕੇ ਸਨ। ਅਸਲ ਜੇ ਗੁਰੂ ਗ੍ਰੰਥ ਮਹਾਰਾਜ ਗੁਰੂ ਨਾਨਕ ਨੂੰ ਪੂਰਾ ਜਾਗਰਤ ਸੰਸਾਰ ਤੇ ਕੀਤਾ ਆ, ਜੋ ਧੰਨ ਬਾਬਾ ਨੰਦ ਸਿੰਘ ਮਹਾਰਾਜ ਦੇ ਘਰ ਨੇ ਕੀਤਾ ਹੈ। ਸਾਧ ਸੰਗਤ ਇਸ ਕਰਕੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਉੱਤੇ ਆਏ ਨੇ, ਨਿਰੰਕਾਰ ਦੇ ਘਰ ਦਾ ਮੈਸੇਜ ਲੈ ਕੇ, ਉਹ ਪੈਰ ਪਾਠ ਉਹ ਸਬਕ ਲੈ ਕੇ ਆਏ ਨੇ, ਜੋ ਏਡੀ ਵੱਡੀ ਦਾਤ ਸਾਡੀ ਝੋਲੀ ਦੇ ਵਿੱਚ ਪਾ ਦਿੱਤੀ। ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਦਾ ਬਚਨ ਯਾਦ ਆ ਜਾਂਦਾ, ਕਹਿਣ ਲੱਗੇ ਜਿਹੜੇ ਗੁਰਮੁਖਾਂ ਪਿਆਰਿਆਂ ਦੇ ਘਰ ਦੇ ਵਿੱਚ ਅੰਮ੍ਰਿਤ ਵੇਲੇ ਬਾਣੀ ਦੀ ਸ਼ੁਰੂਆਤ ਹੁੰਦੀ ਹੈ ਨਾ, ਉਹਨਾਂ ਦੇ ਘਰਾਂ ਦੇ ਵਿੱਚ ਬਾਹਰ ਦੀਆਂ ਬਲਾਵਾਂ ਨੂੰ ਸਵਾਦ ਦੇ ਡੱਬੇ 'ਚ ਵੀ ਥਾਂ ਨਹੀਂ ਮਿਲਦੀ। ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਬਾਣੀ ਦੀ ਸ਼ੁਰੂਆਤ ਹੋਈ ਹੈ, ਤੇ ਬਾਣੀ ਦੀ ਸ਼ੁਰੂਆਤ ਕਿਹਨੇ ਕਰੀ ਹੋਵੇ? ਉਹ ਸਾਡੇ ਮਹਾਂਪੁਰਖ ਪ੍ਰਿੰਸੀਪਲ ਆ ਕੇ ਗੁਰੂ ਨਾਨਕ ਦੇ ਘਰ ਦੇ ਸਾਧ ਸੰਗਤ ਉਹ ਸਾਨੂੰ ਆ ਕੇ ਸਿੱਖਿਆ ਦਿੰਦੇ ਨੇ। ਆ ਜਿਹੜੇ ਆਪਾਂ ਗੁਰੂ ਗ੍ਰੰਥ ਮਹਾਰਾਜ ਦੇ ਲਾਗੇ ਬੈਠੇ ਹਾਂ, ਇਹ ਬਰਕਤ ਕਿਹਨਾਂ ਦੀ ਆ? ਇਹ ਰਹਿਮਤ ਕਿਹਨਾਂ ਦੀ ਆ? ਇਹ ਪੂਰਨ ਮਹਾਂਪੁਰਖਾਂ ਦੀ ਬਰਕਤ ਦੀ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਐਸੇ ਪੂਰਨ ਮਹਾਂਪੁਰਖ ਕਿਹੜੇ ਨੇ ਸਾਧ ਸੰਗਤ? ਜਿਨ੍ਹਾਂ ਸਾਥ ਗਲਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਐਸੇ ਪੂਰਨ ਮਹਾਂਪੁਰਖ ਨੇ ਸਾਧ ਸੰਗਤ। ਦੁਨੀਆ ਦੇ ਸਾਧੂ ਸੰਤ ਬਹੁਤ ਨੇ, ਸੰਤ ਸਮੂਹ ਅਨੇਕ ਮਤੀ ਕੇ, ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਹ ਅਸਲੀ ਸਾਧੂ ਦੀ ਨਿਸ਼ਾਨੀ ਕੀ ਆ? ਜਿਹਨੇ 9 ਦਰਵਾਜ਼ੇ ਬੰਦ ਕੀਤੇ ਨੇ, ਅੱਖਾਂ ਦੇ ਵਿੱਚ ਵਕਾਰ ਨਹੀਂ, ਨੱਕ ਵਿੱਚ ਕੋਈ ਵਾਸ਼ਨਾ ਨਹੀਂ, ਇੰਦਰੀਆਂ ਦੇ ਰਸ ਭੋਗ ਤੋਂ ਬਚੇ ਨੇ, ਕੰਨਾਂ ਵਿੱਚ ਕੋਈ ਨਿੰਦਿਆ ਚੁਗਲੀ ਨਹੀਂ। ਇਹ ਸਾਰੇ ਸਰੀਰ ਦੇ 9 ਦਰਵਾਜ਼ੇ ਨੇ ਸਾਧ ਸੰਗਤ, ਜਿਨ੍ਹਾਂ ਨੇ ਇਹਨਾਂ ਨੂੰ ਮੁੰਦ ਕੇ ਰੱਖਿਆ, ਬੰਦ ਕਰਕੇ ਰੱਖਿਆ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ 9 ਦਰਵਾਜ਼ੇ ਸਾਧ ਸਾਧ ਕਹਾਇਆ। ਅਸਲ ਵਿੱਚ ਸਾਧ ਉਹੀ ਆ ਜਿਹਨੇ ਆਪਣੇ 9 ਦਰਵਾਜ਼ੇ ਸਾਧੇ ਹੋਏ। ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਨੂੰ ਦੇਖਣਾ, ਸੰਤ ਸਜਾਨ ਸਿੰਘ ਨੇ ਕੀਰਤਨੀਏ ਸਨ। ਕਿਹਾ ਸਜਾਨਿਆ ਜੇ ਕੋਈ ਤੈਨੂੰ ਪੁੱਛੇ ਕਿ ਤੇਰੇ ਸੰਤ ਕਿੱਦਾਂ ਦੇ ਨੇ ਤੇ ਕੀ ਦੱਸੇਗਾ? ਸਾਧ ਸੰਗਤ ਬੋਲੋ ਤੂੰ ਕੀ ਦੱਸੇਗਾ? ਤੇ ਸੰਤ ਸਜਾਨ ਸਿੰਘ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਕਿਰਪਾ ਕਰੋ, ਅਸੀਂ ਅਲਪਾਗ ਜੀਵ ਹਾਂ, ਤੁਸੀਂ ਸਰਬਾਗੇ ਹੋ, ਇਹ ਸਮਝ ਤੁਸੀਂ ਦਿਓ ਕਿ ਜੇ ਕੋਈ ਸਾਨੂੰ ਪੁੱਛੇ ਕਿ ਤੁਹਾਡੇ ਸੰਤ ਕਿੱਦਾਂ ਦੇ ਨੇ, ਇਹ ਤੁਸੀਂ ਰਹਿਮਤ ਕਰੋ। ਤੇ ਬਾਬਾ ਨੰਦ ਸਿੰਘ ਮਹਾਰਾਜ ਕਹਿਣ ਲੱਗੇ ਸਜਾਨ ਸਿਆ ਛਾਤੀ ਤੇ ਹੱਥ ਮਾਰ ਕੇ 3 ਗੱਲਾਂ ਸੰਸਾਰ ਦੇ ਲੋਕਾਂ ਨੂੰ ਕਹਿ ਦਿਓ ਕਿ ਮਹਾਂਪੁਰਖ ਬਾਬਾ ਨੰਦ ਸਿੰਘ ਮਹਾਰਾਜ ਕਹਿਣ ਲੱਗੇ ਕਿ ਕਦੀ ਵੀ ਕਦੀ ਇਸਤਰੀ ਨਾਲ ਗੱਲ ਨਹੀਂ ਕੀਤੀ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਜਦੋਂ ਕਹਿਣਾ ਹੋਈ ਆਪਣੇ ਪਤੀ ਭਰਾ ਜਾਂ ਆਪਣੇ ਘਰ ਵਾਲੇ ਨੂੰ ਨਾਲ ਲੈ ਕੇ ਆਓ, ਕੱਲੀ ਇਸਤਰੀ ਨਾਲ ਗੱਲ ਨਹੀਂ ਕੀਤੀ। ਨੰਬਰ 2 ਸਾਰੀ ਜ਼ਿੰਦਗੀ ਮਾਇਆ ਨੂੰ ਹੱਥ ਨਹੀਂ ਲਾਇਆ। ਤੇ ਨੰਬਰ 3 ਕਿਤੇ ਵੀ ਜਾ ਕੇ ਸੈਨ ਨਹੀਂ ਕੀਤੇ ਕਿ ਨੰਦ ਸਿਆ ਤੇਰੀ ਪ੍ਰਾਪਰਟੀ ਹੈ। ਸਾਧ ਸੰਗਤ ਬੋਲੋ ਇਹਦਾ ਵੱਡਾ ਤਿਆਗ ਤੇ ਬਰਾਗ ਹੈ ਕਿਤੇ? ਐਵੇਂ ਨਹੀਂ ਛਾਏ ਹੋਏ ਸਾਧ ਸੰਗਤ। ਇਸ ਜਗ ਮੈਂ ਸੋਭਾ, ਇਸ ਜਗ ਮੈਂ ਸੋਭਾ ਨਾਮ ਕੀ, ਜਗ ਮੈਂ ਸੋਭਾ ਨਾਮ
ਹੁੰਦੀ ਆ ਤੇ ਉਹ ਹੈ ਸਤਨਾਮ। ਕਿਉਂਕਿ ਨਾਮ ਦੇ ਵਿੱਚ ਬੜੀਆਂ ਬਰਕਤਾਂ ਨੇ, ਬੜੀਆਂ ਵਡਿਆਈਆਂ ਨੇ ਨਾਮ ਦੇ ਵਿੱਚ ਪਿਆਰਿਓ। ਇਸ ਕਰਕੇ ਇਹ ਜ਼ਿੰਦਗੀ ਮਿਲੀ ਹੀ ਨਾਮ ਵਾਸਤੇ ਹੈ। ਕਈਆਂ ਪ੍ਰੇਮੀਆਂ ਨੂੰ ਕਹਿੰਦਾ ਗੁਰੂ ਘਰ ਆਓ, ਨਾਮ ਜਪੋ ਭਾਈ, ਸੰਗਤ ਕਰੋ, ਤੇ ਬੜਾ ਸੁੰਦਰ ਜਵਾਬ ਦਿੰਦੇ ਨੇ। ਕਹਿਣ ਲੱਗੇ ਜੀ ਸਾਰਾ ਦਿਨ ਕਿਰਤ ਕਰਦਿਆਂ ਤੇ ਪਰਿਵਾਰ ਪਾਲਦਾ, ਸਾਡੇ ਕੋਲ ਨਾਮ ਜਪਣ ਦਾ ਟਾਈਮ ਕਿੱਥੇ। ਤੇ ਪਿਆਰਿਓ ਜੇ ਪੇਟ ਪ੍ਰਸਤੀ ਵਾਸਤੇ ਜ਼ਿੰਦਗੀ ਗੁਜ਼ਾਰ ਦੇਣੀ ਆ, ਇਹਦੇ ਵਿੱਚ ਮਤ ਮਾਨ ਕਰੀ ਕਿ ਮੈਂ ਹੀ ਕਦਾ ਪਰਿਵਾਰ ਤੇ ਪੇਟ ਪਾਲਦਾ ਆ। ਦੁਨੀਆ ਦੇ ਜਿੰਨੇ ਪਸ਼ੂ ਪੰਛੀ ਤੇ ਪਰਿੰਦੇ ਨੇ ਕੋਈ ਵੀ ਭੁੱਖਾ ਨਹੀਂ ਜੇ ਸੌਂਦਾ। ਸਾਧ ਸੰਗਤ ਬੋਲੋ ਜੇ ਪੇਟ ਵਾਸਤੇ ਜ਼ਿੰਦਗੀ ਗੁਜ਼ਾਰ ਦੇਣੀ ਆ ਤੇ ਖਿਆਲ ਕਰਨਾ ਕਿ ਛੋਟੀ ਜੀ ਜ਼ਬਾਨ ਨੂੰ ਕਿਹਾ ਨਾਮ ਜਪ। ਹਾਥੀ ਦੀ ਜ਼ਬਾਨ ਬੜੀ ਵੱਡੀ ਆ, ਉਹਨੂੰ ਕਿਉਂ ਨਹੀਂ ਕਹਿ ਦਿੱਤਾ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਐ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਰੇ ਜੇਬਾ ਕਰੋ ਸਤਖੰਡ, ਜਾਮਨ ਉਜਗਸ ਸ੍ਰੀ ਗੁਰੂ। ਮੇਰਾ ਮਨ ਕਰਦਾ ਜਿਹੜੀ ਰਸਨਾ ਨਾਮ ਨਹੀਂ ਜਪਦੀ ਤੇ 100 ਟੋਟਾ ਕਰਕੇ ਖਿਲਾ ਦੇਵਾਂ। ਸਾਧ ਸੰਗਤ ਬੋਲੋ ਸ੍ਰੀ। ਆਓ ਇੱਕ ਛੋਟੀ ਜੀ ਸਾਖੀ ਆਪਾਂ ਗੁਰੂ ਨਾਨਕ ਮਹਾਰਾਜ ਦੀ ਯਾਦ ਵਿੱਚ ਕਹਿ ਕੇ ਸਮਾਪਤੀ ਕਰੀਏ। ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਦਾ ਹਰ ਬਚਨ ਜਿਹੜਾ, ਕਿਉਂਕਿ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਕ ਕਾਠਰੀ ਬੰਦਾ। ਜਿਹੜੇ ਬੱਚੇ ਨੇ ਮਾਸਟਰ ਦਾ ਲੈਸਨ ਘੁੱਟ ਕੇ ਪੱਲੇ ਨਾਲ ਬੰਨ ਲਿਆ, ਸ਼ਾਬਾਸ਼ ਸ਼ਾਦਾ ਪਾਤਰ ਉਹੀ ਬਣਦਾ, ਉਹੀ ਅੱਗੇ ਹੋ ਕੇ ਬਹਿੰਦਾ ਹੈ ਕਿ ਮੈਂ ਯਾਦ ਕਰ ਲਿਆ ਬਈ। ਕਿਉਂਕਿ ਧੰਨ ਬਾਬਾ ਨਾਨਕ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ, ਜਿਹੜੇ ਬੱਚੇ ਨੇ ਮਾਸਟਰ ਦੀ ਗੱਲ ਮੰਨ ਲਈ, ਸਾਰੀਆਂ ਡਿਗਰੀਆਂ ਪੜ੍ਹਾਈਆਂ ਪ੍ਰਾਪਤ। ਜਿਹੜੀ ਇਸਤਰੀ ਨੇ ਪਤੀ ਦੀ ਗੱਲ ਮੰਨ ਲਈ, ਸਾਰੀ ਜ਼ਿੰਦਗੀ ਦੇ ਸੁੱਖ। ਜਿਹੜੇ ਪੁੱਤਰ ਨੇ ਪਿਓ ਦੀ ਗੱਲ ਮੰਨ ਲਈ, ਸਾਰੀ ਜਾਇਦਾਦ ਦਾ ਮਾਲਕ। ਜਿਹੜੇ ਸਿੱਖ ਨੇ ਗੁਰੂ ਦੀ ਮੰਨ ਲਈ, ਗੱਲ ਮੰਨ ਲਈ, ਸਮਝੋ ਗੁਰੂ ਦੀ ਗੱਦੀ ਦਾ ਹੀ ਮਾਲਕ। ਸਾਧ ਸੰਗਤ ਇੱਥੇ ਗੱਲ ਮੁੱਕਣੀ ਆ ਗੱਲ ਮੰਨਣ ਤੇ। ਇਹ ਨਹੀਂ ਕਿ ਇਸ ਕੰਨ ਵਿੱਚੋਂ ਪਾਈ ਤੇ ਇੱਧਰ ਦੇ ਬੰਦੇ ਕੱਢ ਦਿੱਤੀ। ਇੱਥੇ ਕੁਝ ਕਰਦੇ ਚ ਧਾਰਨ ਕਰਨਾ ਪੈਂਦਾ। ਰੋਜ਼ ਤਾਂ ਹੀ ਸਾਡੇ ਰਾਗੀ ਸੱਜਣ ਵੀਰ ਕਥਾਵਾਚਕ ਇਸੇ ਗੱਲ ਤੇ ਜ਼ੋਰ ਦਿੰਦੇ ਆ ਕਿ ਕੋਈ ਨਾ ਕੋਈ ਗੱਲ ਜਿਹੜੀ ਆ ਆਪਣੇ ਘੁੱਟ ਕੇ ਪੱਲੇ ਨਾਲ ਬੰਨ੍ਹ ਲਈਏ। ਸਾਧ ਸੰਗਤ ਤੇ ਗੁਰੂ ਨਾਨਕ ਮਹਾਰਾਜ ਜੀ ਇਸ ਤਰ੍ਹਾਂ ਕੁਝ ਸਮਝਾਉਂਦੇ ਨੇ। ਕਹਿਣ ਲੱਗੇ ਇਸ ਤਰ੍ਹਾਂ ਸੰਗਤਾਂ ਬੈਠੀਆਂ ਨੇ ਗੁਰੂ ਨਾਨਕ ਮਹਾਰਾਜ ਜੀ ਲਾਗੇ, ਉਹਨਾਂ ਦੇ ਦੋਵੇਂ ਪੁੱਤਰ ਸ੍ਰੀ ਚੰਦ ਲਖਮੀ ਦਾਸ, ਸਾਰਾ ਪਰਿਵਾਰ, ਬਾਬਾ ਬੁੱਢਾ ਜੀ, ਸਾਧ ਸੰਗਤ, ਗੁਰੂ ਅੰਗਦ ਦੇਵ, ਬਾਬਾ ਲਹਿਣਾ ਜੀ, ਸਾਰੇ ਬੈਠੇ ਨੇ। ਕਹਿਣ ਲੱਗੇ ਤੇਬ ਨੇ ਤੇ ਐਸੀ ਹੋਈ ਕਿ ਬਾਰਿਸ਼ ਪੈਣੀ ਸ਼ੁਰੂ ਹੋ ਗਈ। ਕਈ ਦਿਨ ਬਾਰਿਸ਼ ਪੈਂਦੀ ਰਹੀ। ਜਿਹੜੇ ਕੱਚੇ ਰਸਤੇ ਉਹਨਾਂ ਚਿੱਕੜ ਨਾਲ ਭਰ ਕੇ ਆਵਾਜਾਈ ਬੰਦ ਹੋ ਗਈ ਤੇ ਲੰਗਰ ਵੀ ਤਕਰੀਬਨ ਸਮਾਪਤ ਹੋ ਗਿਆ। ਸਾਧ ਸੰਗਤ ਬੋਲੋ ਸ੍ਰੀ। ਕਿਉਂਕਿ ਗੁਰੂ ਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ। ਸਾਨੂੰ ਕਈ ਵਾਰ ਪਛਾਣ ਨਹੀਂ ਆਉਂਦੀ ਗੁਰੂ ਦੀ, ਸਾਨੂੰ ਗੁਰੂ ਜਾਂ ਮਹਾਂਪੁਰਖ ਸਾਨੂੰ ਕੀ ਕਿਹਾ ਜਾਏ। ਕਈ ਵਾਰ ਬਾਬਾ ਨਾਨਕ ਸਿੰਘ ਮਹਾਰਾਜ ਨੇ ਬਚਨ ਕਰਨਾ, ਕਈ ਵਾਰ ਬੱਚੇ ਸਾਰੀ ਜ਼ਿੰਦਗੀ ਆਪਣੇ ਮਾਂ ਪਿਓ ਦੀ ਗੱਲ ਨਹੀਂ ਸਮਝਦੇ ਕਿ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ। ਗੁਰੂ ਦੀ ਤੇ ਗੱਲ ਹੀ ਬੜੀ ਦੂਰ ਦੀ। ਪਛਾਣ ਕਰਨੀ ਆ ਪਿਆਰਿਓ ਆਪਣਾ ਗੁਰੂ ਦੇ ਬਚਨਾਂ ਦੀ, ਆਪਣੇ ਮਾਂ ਪਿਓ ਦੀ ਕੀ ਕਹਿੰਦੇ ਨੇ। ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਫਿਰ ਇੱਕ ਬਹੁਤ ਬਚਨ ਲਿਖਦੇ ਨੇ। ਕਹਿਣ ਲੱਗੇ ਜਿੰਨਾ ਰੱਬ ਪਛਾਣਦਾ ਨਹੀਂ, ਸੋ ਅੱਖੀਆਂ ਤੋਂ ਅੰਨੇ ਆਏ, ਗਫਲਤ ਵਿੱਚ ਮਜਾਈ ਉਬਰਾਂ ਕਰਦੇ ਸਵਾਸ ਗਵਾਏ। ਉਹ ਡੋਂਦੇ ਆਏ ਤੇ ਪਿੱਟ ਦੇ ਮੋਏ, ਮਿਲਦੀ ਤਿਨਾ ਸਜਾਏ। ਆਪਣਾ ਕੰਮ ਨਾ ਕੀਤਾ ਗੋਇਆ। ਉਹ ਆਪਣਾ ਕੰਮ ਕਿਹੜਾ ਬਈ, ਜਿਹੜੇ ਆਪਾਂ ਸਾਰੇ ਰਲ ਕੇ ਜਪ ਰਹੇ ਹਾਂ ਸਤਿਨਾਮ। ਤੇ ਜਿਨ੍ਹਾਂ ਇਹ ਵੀ ਨਹੀਂ ਕੀਤਾ ਉਹ ਆਏ ਗਏ ਅਜਾਏ, ਸੁਝੇ ਘਰ ਕਾ ਪੋਣਾ, ਜੋ ਆਇਆ ਤਿਉ ਜਾਓ। ਸਾਧ ਸੰਗਤ ਉਹ ਫਿਰ ਜਿਤਨਾ ਦੇ ਆਉਂਦੇ ਨੇ ਉਹ ਆਪਣੇ ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਖਾਲੀ ਚਲੇ ਜਾਂਦੇ ਨੇ। ਸਾਧ ਸੰਗਤ ਬੋਲੋ ਇਹ ਤੇ ਸ਼ੁਕਰ ਕਰਿਆ ਕਰੋ ਮਹਾਂਪੁਰਖਾਂ ਦਾ, ਜਿਹੜੀਆਂ ਤੁਹਾਡੀਆਂ ਝੋਲੀਆਂ ਨਾਮ ਦੀਆਂ ਦਾਤਾਂ ਨਾਲ ਭਰਦੇ ਨੇ। ਉਹਨਾਂ ਦਾ ਸ਼ੁਕਰਾਨਾ ਕਰਿਆ ਕਰੋ। ਐਸੇ ਮਹਾਂਪੁਰਖ ਨਿਰਲੇਪ ਰਹਿੰਦੇ ਨੇ ਆਪ।
एडा सादा जीवन गुजारते हैं, पर मत्थियां के उत्ते उन्होंने नूर चमकते हैं, उन्होंने बचनों के बड़ियां बरकतां रहिंदियां ने। ते जदों सारे रस्ते खराब हो गए, एक दिन पर गुरु नानक महाराज जी ने बाबा श्री चंद जी ने आवाज मारी, कह लगे श्री चंद पुत्र आ देख बारिश बड़ी पै रही है, लंगर आ नहीं रहा, बाहरों संगतां नहीं आ रही, ना कोई जा रहा है, ते संगत नूं तां आपां कुछ छकाउणा आ, ते महाराज पिता जी की करिए। फिर कह लगे जंग दा रोकिया, जंग दे रोकते जा चढ़, इहदे टाणियां नूं हिला जरा कर, उत्तों मठियाइयां टिकण ते असीं संगतां नूं मठियाइयां छका दईए। ते श्री चंद ने फट देने जवाब तक कह लगे पिता जी ये मठियाइयां दरख्तां दे नाल रुखां दे नाल नहीं लगदियां, ये मठियाइयां हलवाइयां दी दुकान ते बनदियां। अच्छा लागे लक्ष्मी दास पुत्र नूं कहा, लक्ष्मी दास पुत्र आ तूं जग दे रुख ते चढ़, इहदे टाणियां नूं झूण जरा हिला, उत्तों मठियाइयां डिगण, अपना संगतां नूं छका दईए। ते लक्ष्मी दास जी ने उस तरह जवाब का कह लगे पिता जी जो बड़े भरा ने कहा ठीक ही कहा है, जे जंग तो रुख तो मिठाइयां डिगदियां होंदियां ते बड़े भरा ने चढ़ के झाड़ देनियां सी, पिता जी ये मिठाइयां रुखां नाल नहीं लगदियां। अच्छा लागे बाबा लैणा जी बैठे, साध संगत बोलो सही, क्योंकि साध संगत कई बार साडा सुभाव हुंदा है, गुरु साहब जी ने आसा दी वार दे उत्ते तां ही बड़ी बरकत कीती आ, तुसीं आसा दी वार पढ़नी ते सुननी शुरू कर दिओ, सारे भरमां दे विचों निकल जाओगे, एडी बख्शिश कीती है। कई बार साडा सुभाव बन जाता, जे गुरु ने कहा भी अमृत छक बस नहीं छकना, जे कहा अमृत वेले उठ बाणी पढ़, नहीं उठना ते नहीं पढ़नी, मत्था जरूर टेकांगे। सारा संगत बोलो सही। ओदी बात कहते हैं कि सलाम जवाब दोवें करे, असीं गुरु नूं मत्था भी टेकदे हां ते जे गुरु ने सानूं कोई गल कही आ वो आपां मनदे भी नहीं। इहदा अर्थ की होया वे? सलाम जवाब दोवें करे, मुढ़ों घुटा जाए, कह लगे वो मुढ़ तो ही घुट जाता। नानक दोवें कूड़ियां थाए ना काई पाए, कह लगे तेरा जवाब देना ते झूठा है ही आ, पर उस गुरु की यह गल नहीं मननी ते तेरा मत्था सलाम करना भी झूठा है। साध संगत बोलो सही। कोशिश करिए तो बहुत नहीं ते थोड़ी थोड़ी गल आपां गुरु की मनते रहिए। ते जदों दोवां पुत्रां ने जवाब दिता कि मिठाइयां रुखां नाल नहीं लगदियां, ते लागे बाबा लैणा जी ऐ चकोर की तरह गुरु नानक दे वालों तकते रहिंदे सन कि कदों मेरे साहब दे लबां दे विचों रसना तो कोई बचन निकले ते मैं पूरा कर सकां। ते कहण लगे गुरु नानक महाराज जी ने बाबे लैणे वालों देखिया ते फट देना सावधान होकर हाथ जोड़ के खलो गया कि मेरा गुरु मैनूं कुछ कहण लगा। साध संगत बोलो, कहण लगे लैणे तू रुक ते जा चल जंग दे ते मठियाई झाड़ तो संगतां नूं छकाईए। कहण लगे फट देने लैणा दौड़ के जा रुक नूं जप्पा मारिया ते जदों चढ़न लगा ना ते ये दोवें भरा श्री चंद ते लक्ष्मी चंद पिछे दौड़ के गए ते बाबे लैणे दा चोला फड़ के खिंचिया। कहण लगे लैणिया की अपनी दिमागी तवाजन गवा बैठा, जे रुख दे उत्तों मठियाइयां डिगदियां होंदियां असीं दोवां भरावां ने पहला ही चढ़ के झाड़ देनियां सी, थले उतरिया कदी रुख नाल मठियाइयां नहीं लगियां। ते जो बाबे लैणे ने गरीब दा जवाब दिता श्री चंद ते लक्ष्मी दास नूं। कहण लगे श्री चंद ते लक्ष्मी दास रुख तो मठियाइयां डिगण ते भावें ना डिगण ये अपने प्यो नूं पुछ। साध संगत बोलो, रुख तो मठियाइयां डिगण ते भावें ना डिगण अपने प्यो नूं पुछ, मैनूं कोई मतलब नहीं गा भी रुख तो मठियाई डिगनी कि नहीं डिगनी, मैं ते गुरु नानक दा वचन कमाउणा है।
ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਮੈਂ ਗੁਰੂ ਨਾਨਕ ਦਾ ਬਚਨ ਕਮਾਉਣਾ ਆ ਤੇ ਕਹਿਣ ਲੱਗੇ ਫਿਰ ਬਚਨ ਕਮਾਇਆ। ਬਾਬੇ ਲਹਿਣੇ ਨੇ ਜੱਟ ਦੇ ਰੁੱਖ ਤੇ ਚੜੇ ਨੇ, ਫਿਰ ਕਿਹਾ ਕਿ ਕਿਕਰਾਂ ਤੋਂ ਮਠਿਆਈਆਂ ਚੜਵਾਈਆਂ ਗੁਰਾਂ। ਉਹਨੂੰ ਇਹ ਨਹੀਂ ਪਤਾ ਕਿ ਨਾਨਕ ਨਦਰੀ, ਆਓ ਕਹਿ ਕੇ ਸਮਾਪਤੀ। ਨਾਨਕ ਨਦਰੀ ਨਦਰ ਨਹਾਲ, ਨਾਨਕ ਨਦਰੀ ਨਦਰ ਨਹਾਲ। ਪੱਥਰ ਤੇ ਪੈ ਗਈ ਤੇ ਪੰਜਾ ਸਾਹਿਬ ਬਣ ਗਿਆ, ਜੇ ਭੂਮੀਏ ਚੋਰ ਤੇ ਪੈ ਗਈ ਤੇ ਸੰਤ ਬਣ ਗਿਆ, ਜੇ ਕੋਲੇ ਰਿੱਟੇ ਤੇ ਪੈ ਗਈ ਤੇ ਮਿੱਠਾ ਹੋ ਗਿਆ, ਜੇ ਮਨਮੁਖ ਤੇ ਪੈ ਗਈ ਤੇ ਗੁਰਮੁਖ ਹੋ ਗਿਆ। ਇਸ ਕਰਕੇ ਨਾਨਕ ਦੀ ਨਜ਼ਰ ਦੇ ਥੱਲੇ ਜ਼ਰੂਰ ਆ ਜਾਓ। ਸਾਧ ਸੰਗਤ, ਕੋਈ ਕੋਠੇ ਤੋਂ ਡਿੱਗਿਆ ਹੋਇਆ ਬਾਜੂ, ਰੁੱਖ ਤੋਂ ਡਿੱਗਿਆ ਹੋਇਆ ਬਾਜੂ, ਕੋਈ ਹਵਾਈ ਜਹਾਜ਼ ਤੋਂ ਵੀ ਡਿੱਗਿਆ ਹੋਇਆ ਬਾਜੂ, ਜਿਹੜਾ ਗੁਰੂ ਨਾਨਕ ਦੀ ਨਜ਼ਰ ਤੋਂ ਡਿੱਗ ਗਿਆ ਉਹ ਨਹੀਂ ਬਚਣਾ। ਸਾਧ ਸੰਗਤ ਬੋਲੋ ਕੋਸ਼ਿਸ਼ ਕਰੀਏ ਉਸੇ ਗੁਰੂ ਦੇ ਦਰਬਾਰ ਨਾਲ ਜੁੜ ਬੈਠੇ ਹਾਂ ਜੀ। ਅੰਮ੍ਰਿਤ ਛਕਾਂਗੇ, ਗੁਰੂ ਵਾਲੇ ਬਣਾਂਗੇ, ਦਸਵੰਧ ਗੁਰੂ ਕੇ ਲਾਵਾਂਗੇ ਲੇਖੇ, ਮਾਤਾ ਪਿਤਾ ਦੀ ਕਰਾਂਗੇ ਸੇਵਾ, ਵੱਡਿਆਂ ਤੋਂ ਗੁਣ ਲੈ ਲਵਾਂਗੇ, ਛੋਟਿਆਂ ਨੂੰ ਗੁਣ ਦੇ ਕੇ ਬਰਾਬਰ ਦੇ ਕਰਾਂਗੇ, ਬਰਾਬਰ ਕਰਾਂਗੇ ਵਿਚਾਰ। ਸੰਗਤਾਂ ਦਾ ਪੂਰਨ ਮਹਾਂਪੁਰਖਾਂ ਦੀ ਸਤਿਗੁਰ ਸੇਵੇ, ਸੇ ਮਹਾਂਪੁਰਖ ਸੰਸਾਰੇ, ਆਪ ਉਤਰੇ ਕੁਲ ਸਗਲ ਸਤਾਰੇ। ਇਹ ਗੁਰੂ ਅਮਰਦਾਸ ਮਹਾਰਾਜ 161 ਅੰਗ ਦੇ ਵਚਨ ਕਰਦੇ ਨੇ ਕਿ ਦੁਨੀਆ ਦੇ ਲੋਕੋ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਿਓ ਜਿਹੜੇ ਤੁਹਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜਦੇ ਨੇ, ਤੇ ਜਿਹੜੇ ਗੁਰੂ ਨਾਲੋਂ ਤੋੜ ਕੇ ਆਪਣੇ ਵੱਲ ਲਾਉਂਦੇ ਨੇ, ਆਪਣਾ ਜਨਮੰਤਰ ਦੇ ਕੇ ਸੰਗਤਾਂ ਨੂੰ ਗਮਰਾਹ ਕਰਦੇ ਨੇ, ਉਹਨਾਂ ਦੇ ਕੋਲੋਂ ਸਾਨੂੰ ਘਾਟਾ ਹੀ ਘਾਟਾ। ਕਾਗਜ਼ ਦੀਆਂ ਬੇੜੀਆਂ ਕਦੀ ਪਾਰ ਨਹੀਂ ਲਾਉਂਦੀਆਂ, ਵਚ ਡੋਬ ਦਿੰਦੀਆਂ ਨੇ। ਇੱਕ ਵਾਹਿਗੁਰੂ ਨਾਮ ਜਹਾਜ਼ ਹੈ, ਚਲੇ ਸੋਤਰੇ ਪਾਰ, ਪਰ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ, ਉਤਾਰ ਹਾਰ। ਆਓ ਗੁਰੂਆਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਬੰਨਾ ਪੂਜਾਂਗੇ, ਜੁੜਿਆ ਹੋਇਆ ਮਹਾਂਪੁਰਖਾਂ ਦੀ ਕਰਾਂਗੇ ਸੰਗਤ। ਸਾਨੂੰ ਕੀ ਮਿਲੇਗਾ ਜੀ? ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਕਰਮ ਵਿਆਪੇ ਮੇਰੇ ਕੋਟ ਦੀ ਕੀਮਾ ਬਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।